Good morning, everyone. This is Sandeep Kaur, your social science teacher, and today we are going to discuss our next topic, that is need for political institutions. की ਜ਼ਰੂਰਤ ਹੈ ਆਪਾਂ ਨੂੰ political institutions ਦੀ? First of all, political institutions ਹੁੰਦੇ ਕੀ ਨੇ, ਕਿਹੜੇ institutions ਨੇ, ਆਪਾਂ ਸਾਰਾ ਦੇਖਾਂਗੇ, ਠੀਕ ਹੈ। ਫਸਟ ਆਫ ਆਲ ਕਹਿੰਦੇ ਕਿ ਜਿਹੜੇ ਆਪਾਂ ਐਗਜ਼ਾਮਪਲ ਦੇਖੀ ਹੈ ਲਾਸਟ ਵੀਡੀਓ ਵਿੱਚ, ਉਹਦੇ ਅਕੋਰਡਿੰਗ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਡਿਸੀਜ਼ਨ ਮੇਕਿੰਗ ਹੁੰਦੀ ਹੈ, ਪਾਲਿਸੀਜ਼ ਕਿਵੇਂ ਬਣਦੀਆਂ ਔਰ ਕਿਵੇਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਂਦਾ ਹੈ, ਠੀਕ ਹੈ। ਉਹਦੇ ਅਕੋਰਡਿੰਗ ਆਪਾਂ ਦੇਖਿਆ ਹੈ ਕਿ ਕਿਵੇਂ ਇੱਕ ਜੁਆਇੰਟ ਸੈਕਟਰੀ ਜਿਹੜਾ ਹੈ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਉਹਦੇ ਮੈਮੋਰੈਂਡਮ ਜਿਹੜਾ ਇਸ਼ੂ ਕਰ ਰਿਹਾ ਹੈ, ਬਟ ਉਹ ਜਿਹੜੀ ਪਾਲਿਸੀ ਹੈ ਉਹਨੂੰ ਪਾਸ ਕੀ ਨਹੀਂ ਕੀਤਾ ਹੈ, ਗਵਰਨਮੈਂਟ ਨੇ ਕੀਤਾ ਹੈ। ਗਵਰਨਮੈਂਟ ਦੀ ਪਾਸ ਕਰਨ ਤੋਂ ਪਹਿਲੇ ਜਾਂ ਇੰਪਲੀਮੈਂਟ ਕਰਨ ਤੋਂ ਪਹਿਲੇ ਕਿੰਨੀ ਦੀ ਪ੍ਰੋਸੈਸਿੰਗ ਹੋਈ ਆਪਾਂ ਸਾਰਾ ਦੇਖਿਆ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਇਸ ਡਿਸੀਜ਼ਨ ਮੇਕਿੰਗ ਦੇ ਜਿਹੜਾ ਪ੍ਰੋਸੈਸ ਹੈ ਉਹਦੇ ਵਿੱਚ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਦੇ ਨੇ ਔਰ ਇਹਨਾਂ ਨੂੰ ਡਿਸੀਜ਼ਨਸ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਕਰਨ ਦੇ ਲਈ ਜਿਹੜਾ ਹੈ ਬਹੁਤ ਸਾਰੇ ਹੋਰ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ ਔਰ ਇਹਨਾਂ ਡਿਸੀਜ਼ਨਸ ਨੂੰ ਬਣਾਉਣਾ, ਉਹਨਾਂ ਨੂੰ ਇੰਪਲੀਮੈਂਟ ਕਰਨਾ ਔਰ ਅਗਰ ਕੋਈ ਪ੍ਰੋਬਲਮਸ ਆ ਰਹੀਆਂ ਨੇ ਦੈਨ ਉਹਨਾਂ ਪ੍ਰੋਬਲਮਸ ਨੂੰ ਸੋਲਵ ਕਰਨਾ, ਕੁਛ ਗਲਤ ਹੋਇਆ ਕੁਛ ਸਹੀ ਹੋਇਆ, ਇਹ ਚੀਜ਼ਾਂ ਸਾਰੀਆਂ ਡਿਟਰਮਾਈਨ ਕਰਨਾ, ਇਹ ਸਾਰਾ ਕੰਮ ਜਿਹੜਾ ਡਿਫਰੈਂਟ ਇੰਸਟੀਟਿਊਸ਼ਨਸ ਕਰਦੇ ਨੇ। ਇਹਨਾਂ ਸਾਰੇ ਇੰਸਟੀਟਿਊਸ਼ਨਸ ਨੂੰ ਹੀ ਆਪਾਂ ਜਿਹੜਾ ਹੈ ਪੋਲੀਟੀਕਲ ਇੰਸਟੀਟਿਊਸ਼ਨਸ ਕਹਿ ਦਿੰਦੇ ਆ। ਕਿਉਂ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਆ, ਇਹ ਸਭ ਕੁਛ ਆਪਾਂ ਹੁਣ ਇਸ ਵਾਲੀ ਵੀਡੀਓ ਦੇ ਵਿੱਚ ਚੈਪਟਰ ਦੇ ਵਿੱਚ ਜਿਹੜਾ ਹੈ ਆਪਾਂ ਸਟੱਡੀ ਕਰਾਂਗੇ ਕਿ ਕਿਹੜੇ ਇੰਸਟੀਟਿਊਸ਼ਨਸ ਨੇ, ਕਿਉਂ ਜ਼ਰੂਰਤ ਹੈ ਇਹਨਾਂ ਦੀ, ਕੀ ਵਰਕਿੰਗ ਹੈ, ਕਿਵੇਂ ਕੰਮ ਕਰਦੇ ਆ, ਠੀਕ ਹੈ। ਸੋ ਜਿਹੜੀਆਂ ਕੰਪਲੈਕਸਿਟੀਜ਼ ਹੁੰਦੀਆਂ, ਜਿੰਨੀਆਂ ਵੀ ਇਹਨਾਂ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਕਿ ਅਗਰ ਆਪਾਂ ਕੋਈ ਪਾਲਿਸੀ ਬਣਾਉਣੀ ਹੈ, ਸੈਕਿੰਡ ਥਿੰਗ ਹੈ ਉਹਨੂੰ ਐਗਜ਼ੀਕਿਊਟ ਕਰਨਾ ਹੈ, ਥਰਡ ਵਨ ਇਜ਼ ਦਾ ਕਿ ਅਗਰ ਕੋਈ ਉਹਦੇ ਵਿੱਚ ਪ੍ਰੋਬਲਮਸ ਆ ਰਹੀਆਂ ਨੇ, ਕੀ ਸਹੀ ਹੈ ਕੀ ਗਲਤ ਹੈ, ਇਹਨੂੰ ਡਿਸਾਈਡ ਕਰਨਾ, ਇਹਨਾਂ ਸਭ ਚੀਜ਼ਾਂ ਲਈ ਕੁਝ ਲੋਕ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਹੀ ਆਪਾਂ ਕੀ ਕਹਿ ਦਿੰਦੇ ਆ, ਇੰਸਟੀਟਿਊਸ਼ਨਸ। ਇਹ ਇੰਸਟੀਟਿਊਸ਼ਨਸ ਜਿਹੜੇ ਨੇ ਇਹਨਾਂ ਦੀ ਜਿਹੜੀ ਇੱਕ ਪ੍ਰੋਪਰ ਪਲੇਸ ਹੈ ਜਿਹੜੀ ਕਿ ਕਦੀ ਵੀ ਚੇਂਜ ਨਹੀਂ ਹੁੰਦੀ ਅਤੇ ਸਾਰੇ ਇਹਨਾਂ ਸਾਰੇ ਚੀਜ਼ਾਂ ਨੂੰ ਅਟੈਂਡ ਕਰਨ ਦੇ ਲਈ ਜਿਹੜੀਆਂ ਬਣੇ ਹੋਏ ਇੰਸਟੀਟਿਊਸ਼ਨਸ ਨੇ, ਇਹ ਡੈਮੋਕ੍ਰੇਸੀ ਦੀ ਇੱਕ ਪੈਕੂਲਰ ਫੀਚਰ ਨੇ। ਇਹਨਾਂ ਦੇ ਰਿਗਾਰਡਿੰਗ ਜਿਹੜੇ ਸਾਰੇ ਅਰੇਂਜਮੈਂਟਸ ਨੇ ਇਹਨਾਂ ਨੂੰ ਇੰਸਟੀਟਿਊਸ਼ਨਸ ਕਹਿੰਦੇ ਆ ਆਪਾਂ। ਔਰ ਡੈਮੋਕ੍ਰੇਸੀ ਜਿਹੜੀ ਆ ਸਭ ਤੋਂ ਬੈਟਰ ਵਰਕਿੰਗ ਜਿਹੜੀ ਕਰ ਸਕਦੀ ਆ, ਦੈਟ ਇਜ਼ ਓਨਲੀ ਥਰੂ ਦੀਸ ਇੰਸਟੀਟਿਊਸ਼ਨਸ ਇਹਨਾਂ ਆਪਣੇ ਅਸਾਈਨ ਕੀਤੇ ਹੋਏ ਕੰਮ ਕਰਦੇ ਨੇ। ਕੰਸਟੀਟਿਊਸ਼ਨ ਜਿਹੜਾ ਹੈ ਉਹ ਕਿਸੇ ਵੀ ਦੇਸ਼ ਦਾ ਕੰਸਟੀਟਿਊਸ਼ਨ ਜਿਹੜਾ ਹੈ ਉਹ ਕੁਛ ਜਿਹੜੀਆਂ ਬੇਸਿਕ ਰੂਲਸ, ਪਾਵਰਸ, ਫੰਕਸ਼ਨਸ ਜਿਹੜੇ ਨੇ ਹਰ ਇੱਕ ਇੰਸਟੀਟਿਊਸ਼ਨ ਨੂੰ ਦਿੰਦਾ ਹੈ। ਜਿਵੇਂ ਕਿ ਦੇਖੋ ਨਾ ਨੀਚੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। There are such institutions. First of all, Prime Minister and the Cabinet are institutions that take all important policy decisions. So ਸਾਰੇ policy decisions ਜਿਹੜੇ ਮੇਜਰਲੀ ਲਏ ਜਾਂਦੇ ਆ, ਕੌਣ ਲੈਂਦਾ ਹੈ? ਪ੍ਰਾਈਮ ਮਿਨਿਸਟਰ ਲੈਂਦਾ ਹੈ ਔਰ ਉਹਦੀ ਕੈਬਨਿਟ ਲੈਂਦੀ, ਯਾਨੀ ਕਿ ਜਿਹੜੇ ਉਹਦੇ ਨਾਲ ਵਾਲੇ ਮਿਨਿਸਟਰਸ ਨੇ। Second is the civil servants working together are responsible for taking steps to implement the minister's decisions. ਸੋ ਜਿਹੜੇ ਡਿਸੀਜ਼ਨਸ ਜਿਹੜੇ ਪ੍ਰਾਈਮ ਮਿਨਿਸਟਰ ਔਰ ਕੈਬਨਿਟ ਨੇ ਲਏ ਉਹਨਾਂ ਨੂੰ ਇੰਪਲੀਮੈਂਟ ਕੌਣ ਕਰੇਗਾ? ਸਿਵਲ ਸਰਵੈਂਟਸ ਕਰਨਗੇ, ਠੀਕ ਹੈ। ਐਂਡ ਉਹ ਸਾਰੇ ਇਕੱਠੇ ਕੰਮ ਕਰਦੇ ਆ ਔਰ ਰਿਸਪੌਂਸੀਬਲ ਹੁੰਦੇ ਨੇ। ਰਿਸਪੌਂਸੀਬਲ ਕੌਣ ਉਹਨਾਂ ਦੇ ਕੰਮਾਂ ਦੇ ਲਈ? ਉਹ ਵਾਲਾ ਸਪੈਸੀਫਿਕ ਮਿਨਿਸਟਰ ਜਿਹੜੇ ਡਿਪਾਰਟਮੈਂਟ ਦੇ ਅੰਡਰ ਉਹ ਕੰਮ ਕਰਦੇ ਪਏ ਨੇ। ਨੈਕਸਟ ਸਟੈਪ ਇਜ਼ ਦਾ Supreme Court is an institution where disputes between citizens and the government are finally settled. ਸੋ ਕਹਿੰਦੇ ਕਿ ਸੁਪਰੀਮ ਕੋਰਟ ਇੱਕ ਐਵੇਂ ਦਾ ਇੰਸਟੀਟਿਊਸ਼ਨ ਹੈ ਜਿੱਥੇ ਸਾਰੇ ਜਿਹੜੇ ਸਿਟੀਜ਼ਨਸ ਜਾਂ ਸਰਕਾਰ ਦੇ ਵਿੱਚ ਜਿੰਨੇ ਵੀ ਝਗੜੇ ਨੇ ਕੋਈ ਵੀ, ਉਹਨਾਂ ਨੂੰ ਫਾਈਨਲੀ ਸੈਟਲ ਕੀਤਾ ਜਾਂਦਾ ਹੈ, ਉਹਨਾਂ ਦਾ ਸੋਲਿਊਸ਼ਨ ਕੀਤਾ ਜਾਂਦਾ ਹੈ। ਸੋ ਆਪਾਂ ਕਿਵੇਂ ਸੋਚ ਸਕਦੇ ਕਿ ਕਿਵੇਂ ਇਹ ਸਾਰੇ ਜਿਹੜੇ ਇੰਸਟੀਟਿਊਸ਼ਨਸ ਨੇ ਇਹਨਾਂ ਦੇ ਦੇਖ ਲਿਆ ਆਪਾਂ ਕੀ ਕੰਮ ਕਰਦੇ ਨੇ, ਬਟ ਇਹ ਕਿਵੇਂ ਕੰਮ ਕਰ ਰਹੇ ਨੇ, ਕਿਹੜੀਆਂ ਪਾਵਰਸ ਕਿਵੇਂ ਯੂਜ਼ ਕਰਦੇ ਆ, ਠੀਕ ਹੈ। ਸੋ ਇਹਨਾਂ ਕਹਿੰਦੇ ਜਿਹੜੇ ਸਾਰੇ ਇੰਸਟੀਟਿਊਸ਼ਨਸ ਨੇ ਇਹਨਾਂ ਦੀ ਵਰਕਿੰਗ ਜਿਹੜੀ ਬਹੁਤ ਜ਼ਿਆਦਾ ਈਜ਼ੀ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਈਜ਼ੀ? ਕਿਉਂਕਿ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੀਟਿੰਗਸ ਕਰਨੀਆਂ ਪੈਂਦੀਆਂ, ਬੜੀਆਂ ਕਮੇਟੀਜ਼ ਹੁੰਦੀਆਂ ਨੇ, ਰੂਟੀਨ ਦੇ ਬਹੁਤ ਸਾਰੇ ਕੰਮ ਹੁੰਦੇ ਨੇ ਜਿਨ੍ਹਾਂ ਸਾਰਿਆਂ ਦੇ ਥਰੂ ਹੋ ਕੇ ਫਿਰ ਹੀ ਕੋਈ ਪਾਲਿਸੀ ਬਣਦੀ ਹੈ, ਠੀਕ ਹੈ। ਸੋ ਬਹੁਤ ਸਾਰੇ ਕੰਪਲੀਕੇਸ਼ਨਸ ਹੁੰਦੇ ਨੇ ਵਰਕਿੰਗ ਦੇ ਵਿੱਚ। ਸੋ ਜਿਹਦਾ ਕਰਕੇ ਕਈ ਵਾਰ ਡਿਸੀਜ਼ਨਸ ਜਿਹੜੇ ਨੇ ਉਹ ਡਿਲੇ ਹੋ ਜਾਂਦੇ ਨੇ, ਲੇਟ ਹੋ ਜਾਂਦੇ ਨੇ, ਕਾਫੀ ਟਾਈਮ ਲੱਗ ਜਾਂਦਾ ਕੋਈ ਡਿਸੀਜ਼ਨ ਲੈਣ ਨੂੰ। ਸੋ ਕਈ ਵਾਰ ਲੋਕ ਜਾਂ ਕੋਈ ਡਿਸੀਜ਼ਨ ਮੇਕਰ ਸਮਟਾਈਮਸ ਅਗਰ ਫਰਸਟਰੇਟ ਵੀ ਕਈ ਵਾਰ ਹੋ ਜਾਂਦੇ ਨੇ ਕਿ ਇਹਦੇ ਨਾਲੋਂ ਤਾਂ ਅੱਛਾ ਇਹੀ ਹੈ ਕਿ ਇੱਕ ਸਿੰਗਲ ਪਰਸਨ ਹੋਏ ਜਿਹੜਾ ਸਾਰੇ ਡਿਸੀਜ਼ਨਸ ਨੂੰ ਲੈ ਲਵੇ, ਕੋਈ ਰੂਲਸ ਨਾ ਹੋਣ, ਕੋਈ ਪ੍ਰੋਸੀਜਰਸ ਨਾ ਹੋਣ, ਕੋਈ ਮੀਟਿੰਗਸ ਨਾ ਕਰਨੀਆਂ ਪੈਣ, ਠੀਕ ਹੈ। ਬਟ ਕਹਿੰਦੇ ਇਹ ਸਭ ਕੁਛ ਜਿਹੜਾ ਹੈ ਇਹ ਡੈਮੋਕ੍ਰੇਸੀ ਦੀ ਸਪਿਰਿਟ ਦੇ ਅਗੇਂਸਟ ਹੈ,
ਡੈਮੋਕ੍ਰੇਸੀ ਵਿੱਚ ਕੀ ਹੈ, ਹੋ ਸਕਦਾ ਹੈ ਕਿ ਤੁਸੀਂ ਲੇਟ ਹੋ ਜਾਓ, ਬਟ ਇਹਦੇ ਵਿੱਚ ਕੀ ਹੈ ਕਿ ਇੰਸਟੀਟਿਊਸ਼ਨਸ ਜਿਹੜੇ ਨੇ ਸਾਰੇ ਬੜੇ ਯੂਜ਼ਫੁਲ ਨੇ, ਆਪਾਂ ਨੂੰ ਓਪਰਚੁਨਿਟੀ ਦਿੰਦੇ ਨੇ ਕਿ ਜਿਹੜਾ ਆਪਾਂ ਹੈਗਾ ਹੈ ਕਿ ਅੱਛੇ ਤਰੀਕੇ ਦੇ ਨਾਲ ਕੰਸਲਟ ਕਰਕੇ ਹਰ ਇੱਕ ਪਰਸਨ ਦੇ ਨਾਲ ਕੰਸਲਟ ਕੀਤਾ ਜਾਏ, ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਇਹ ਸਭ ਕੁਝ ਜਿਹੜਾ ਹੈ ਉਹਨੂੰ ਚੰਗੀ ਤਰ੍ਹਾਂ ਕੰਸਲਟ ਕਰਕੇ ਡਿਸਕਸ਼ਨਸ ਤੋਂ ਬਾਅਦ ਕੋਈ ਡਿਸੀਜ਼ਨ ਲਿਆ ਜਾਵੇ। ਇੰਸਟੀਟਿਊਸ਼ਨਸ ਕਹਿੰਦੇ ਨੇ ਮੇਕ ਇਟ ਡਿਫਿਕਲਟ ਟੂ ਹੈਵ ਅ ਗੁੱਡ ਡਿਸੀਜ਼ਨ ਟੇਕਨ ਵੈਰੀ ਕੁਇਕਲੀ। ਕਹਿੰਦੇ ਕਿ ਇਹਨਾਂ ਇੰਸਟੀਟਿਊਸ਼ਨਸ ਦੀ ਵਰਕਿੰਗ ਦੇ ਥਰੂ ਕੋਈ ਵੀ ਅੱਛਾ ਡਿਸੀਜ਼ਨ ਲਿਆ ਜਾਣਾ ਦੈਨ ਉਹਨੂੰ ਟਾਈਮ ਲੱਗਦਾ ਹੀ ਲੱਗਦਾ ਹੈ, ਬਹੁਤ ਜਲਦੀ ਕੋਈ ਵੀ ਆਪਾਂ ਅੱਛਾ ਡਿਸੀਜ਼ਨ ਨਹੀਂ ਲੈ ਸਕਦੇ, ਉਹਨੂੰ ਡਿਸਕਸ਼ਨਸ ਵਗੈਰਾ ਦੇ ਥਰੂ ਟਾਈਮ ਦੇ ਨਾਲ ਹੀ ਲਿਆ ਜਾਂਦਾ ਹੈ। ਨੈਕਸਟ ਹੈ ਬੱਚੇ ਇਹ ਕਹਿੰਦੇ ਜਿਹੜੇ ਡਿਸੀਜ਼ਨਸ ਨੇ ਉਹਨਾਂ ਦੀ ਕੁਆਲਿਟੀ ਨੂੰ ਕਾਫੀ ਜ਼ਿਆਦਾ ਮਤਲਬ ਇਕੁਐਲਿਟੀ ਜਿਹੜੀ ਹੈ ਕਾਫੀ ਜਿਹੜੀ ਹੈ ਉਹ ਰੱਖਦਾ ਹੈ, ਔਰ ਜਿਹੜੀ ਗਲਤ ਡਿਸੀਜ਼ਨਸ ਲੈਣ ਦੀ ਜਿਹੜੀ ਹੈਗੀ ਹੈ ਕਿ ਡਿਸੀਜ਼ਨਸ ਗਲਤ ਹੋ ਸਕਦੇ ਨੇ ਉਹ ਜਿਹੜੀ ਸ਼ੰਕਾ ਹੈ ਕਾਫੀ ਜ਼ਿਆਦਾ ਘੱਟ ਜਾਂਦੀ ਹੈ। ਇਸੇ ਲਈ ਡੈਮੋਕ੍ਰੇਟਿਕ ਗਵਰਨਮੈਂਟਸ ਜਿਹੜੀਆਂ ਨੇ ਉਹ ਇੰਸਟੀਟਿਊਸ਼ਨਸ ਦੇ ਉੱਤੇ ਐਮਫਸਾਈਜ਼ ਕਰਦੀਆਂ ਨੇ। ਨੈਕਸਟ ਆਵਰ ਫਸਟ ਇੰਸਟੀਟਿਊਸ਼ਨ ਇਜ਼ ਦਾ ਪਾਰਲੀਮੈਂਟ। ਪਾਰਲੀਮੈਂਟ ਕੀ ਹੈ ਬੇਟਾ ਕਿ ਦੈਟ ਇਜ਼ ਦਾ ਸੈਂਟਰਲ ਲੈਜਿਸਲੇਟਰ ਆਫ ਦਾ ਨੇਸ਼ਨ, ਜਿੱਥੇ ਲਾਜ਼ ਬਣਾਏ ਜਾਂਦੇ ਨੇ। ਠੀਕ ਹੈ, ਕਹਿੰਦੇ ਜਿਹੜੀ ਆਪਾਂ ਆਫਿਸ ਮੈਮੋਰੈਂਡਮ ਵਾਲੀ ਇੱਕ ਐਗਜ਼ਾਮਪਲ ਦੇਖੀ ਹੈ ਲਾਸਟ ਵੀਡੀਓ ਵਿੱਚ, ਉਹਦੇ ਅਕੋਰਡਿੰਗ ਕੀ ਹੈ ਕਿ ਉਹਨਾਂ ਨੇ ਕੀ ਕਿਹਾ ਗਿਆ ਕਿ ਇਹਨੂੰ ਇੰਪਲੀਮੈਂਟ ਕਿੱਥੇ ਕੀਤਾ ਗਿਆ, ਪਾਰਲੀਮੈਂਟ ਦੇ ਥਰੂ ਕੀਤਾ ਗਿਆ। ਇਹਨੂੰ ਪਾਲਿਸੀ ਕਿੱਥੇ ਬਣਾਇਆ ਗਿਆ, ਪਾਰਲੀਮੈਂਟ ਦੇ ਥਰੂ ਬਣਾਇਆ ਗਿਆ। ਠੀਕ ਹੈ, ਬਟ ਜਿਹੜਾ ਹੈ ਇਹ ਡਿਸੀਜ਼ਨ ਜਿਹੜਾ ਹੈ ਉਹ ਇਕੱਲਾ ਪਾਰਲੀਮੈਂਟ ਦੁਆਰਾ ਨਹੀਂ ਲਿਆ ਗਿਆ। ਠੀਕ ਹੈ, ਪਾਰਲੀਮੈਂਟ ਦੇ ਵਿੱਚ ਕੀ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਠੀਕ ਹੈ, ਇਹ ਸਾਰਾ ਕੁਝ ਆਪਾਂ ਜਿਹੜਾ ਹੈ ਲਾਸਟ ਸਟੋਰੀ ਵਿੱਚ ਕਿਤੇ ਦੇਖਿਆ ਹੈ, ਡਿਸਕਸ ਕੀਤਾ ਹੈ। ਦੈਨ ਆਪਾਂ ਹੁਣ ਇਹਨੂੰ ਰੀਕਾਲ ਕਰਦੇ ਹਾਂ। ਦੇਖੋ ਉਹਦੇ ਵਿੱਚ ਫੋਲੋਇੰਗ ਸੈਂਟੈਂਸਸ ਵਿੱਚ ਆਪਾਂ ਨੂੰ ਰੀਕਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਫਸਟ ਪੁਆਇੰਟ ਕੀ ਦਿੱਤਾ ਆ, ਦ ਰਿਪੋਰਟ ਆਫ ਦਾ ਮੰਡਲ ਕਮਿਸ਼ਨ ਵਾਸ ਡਿਸਕਸਡ। ਠੀਕ ਹੈ, ਪਾਰਲੀਮੈਂਟ ਵਿੱਚ ਉਹ ਜਿਹੜੀ ਹੈਗੀ ਹੈ ਰਿਪੋਰਟ ਰੱਖੀ ਜਾਂਦੀ ਹੈ, ਡਿਸਕਸ ਕੀਤੀ ਜਾਂਦੀ ਹੈ। ਠੀਕ ਹੈ, ਦ ਪ੍ਰੈਜ਼ੀਡੈਂਟ ਆਫ ਇੰਡੀਆ ਮੈਂਸ਼ਨਡ ਦਿਸ ਇਨ ਹਿਜ਼, ਕਹਿੰਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਪ੍ਰੈਜ਼ੀਡੈਂਟ ਇੰਡੀਆ ਨੇ ਉਹਨਾਂ ਨੇ ਇਹਨੂੰ ਮੈਂਸ਼ਨ ਕੀਤਾ ਹੈ ਕਿ ਉਹਦੇ ਮੰਡਲ ਕਮਿਸ਼ਨ ਬਣਾਇਆ ਜਾਂਦਾ ਹੈ। ਪ੍ਰਾਈਮ ਮਿਨਿਸਟਰ ਕੀ ਕਰਦਾ ਹੈ, ਪ੍ਰਾਈਮ ਮਿਨਿਸਟਰ ਜਿਹੜੇ ਉਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਡਿਸੀਜ਼ਨਸ ਨੂੰ ਲੈਂਦੇ ਨੇ ਔਰ ਉਹਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਇੰਪਲੀਮੈਂਟ ਕਰਵਾਇਆ ਜਾਂਦਾ ਹੈ। ਸੋ ਜਿਹੜਾ ਡਿਸੀਜ਼ਨ ਹੈ ਦੈਟ ਵਾਸ ਨਾਟ ਟੇਕਨ ਡਾਇਰੈਕਟਲੀ ਇਨ ਦਾ ਪਾਰਲੀਮੈਂਟ। ਸੋ ਇਕੱਲਾ ਪਾਰਲੀਮੈਂਟ ਨੇ ਉਹ ਡਿਸੀਜ਼ਨ ਨਹੀਂ ਲਿਆ, ਪਹਿਲੇ ਕੀ ਕੀਤਾ ਗਿਆ, ਕਮੇਟੀ ਬਣਾਈ ਗਈ, ਪ੍ਰੈਜ਼ੀਡੈਂਟ ਦੇ ਥਰੂ ਕਮੇਟੀ ਬਣਾਈ ਗਈ। ਕਮੇਟੀ ਬਣਾਉਣ ਤੋਂ ਬਾਅਦ ਵਿੱਚ ਜਿਹੜਾ ਹੈ ਕਮੇਟੀ ਦੀ ਜੋ ਰਿਪੋਰਟ ਸੀਗੀ ਉਹਨੂੰ ਜਿਹੜਾ ਹੈ ਪ੍ਰੈਜ਼ੀਡੈਂਟ ਦੇ ਅੱਗੇ ਰੱਖਿਆ ਗਿਆ। ਪ੍ਰੈਜ਼ੀਡੈਂਟ ਦੇ ਅੱਗੇ ਰੱਖਣ ਤੋਂ ਬਾਅਦ ਵਿੱਚ ਉਹ ਜਿਹੜੀ ਰਿਪੋਰਟ ਸੀਗੀ ਉਹਨੂੰ ਪਾਰਲੀਮੈਂਟ 'ਚ ਲਿਆਂਦਾ ਗਿਆ ਔਰ ਪਾਰਲੀਮੈਂਟ ਤੋਂ ਪਾਸ ਕਰਨ ਤੋਂ ਬਾਅਦ ਪਾਰਲੀਮੈਂਟ ਨੇ ਜਦੋਂ ਪਾਸ ਕਰ ਦਿੱਤੀ ਦੈਨ ਫਿਰ ਹੀ ਜਿਹੜੀ ਉਹਦੀਆਂ ਰਿਕਮੈਂਡੇਸ਼ਨ ਸੀਗੀਆਂ ਉਹਨਾਂ ਨੂੰ ਇੰਪਲੀਮੈਂਟ ਕੀਤਾ ਗਿਆ। ਅਗਰ ਪਾਰਲੀਮੈਂਟ ਜਿਹੜਾ ਹੈ ਉਹਦਾ ਡਿਸੀਜ਼ਨ ਜਿਹੜਾ ਹੈ ਉਹਦੇ ਫੇਵਰ 'ਚ ਨਹੀਂ ਆਉਂਦਾ ਦੈਨ ਸਰਕਾਰ ਜਿਹੜੀ ਹੈਗੀ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਇੰਪਲੀਮੈਂਟ ਨਹੀਂ ਹੀ ਕਰ ਸਕਦੀ। ਠੀਕ ਹੈ, ਕੀ ਮਤਲਬ ਇਹਦਾ ਕਿ ਅਗਰ ਸਪੋਜ਼ ਕਰੋ ਕਿ ਉਹਨਾਂ ਨੂੰ ਜਿਹੜੇ ਇਹ ਡਿਸੀਜ਼ਨ ਹੀਗਾ, ਜਿਹੜਾ ਬਿੱਲ ਹੀਗਾ, ਇਹ ਪਾਲਿਸੀ ਹੀ ਜਿਹੜੀ ਜਦੋਂ ਉਹਨੂੰ ਪਾਰਲੀਮੈਂਟ 'ਚ ਡਿਸਕਸ ਕੀਤਾ ਗਿਆ, ਅਗਰ ਇਹਨੂੰ ਮੈਜੋਰਟੀ ਵੋਟਸ ਨਹੀਂ ਮਿਲਦੇ ਦੈਨ ਇਹ ਵਾਲੀ ਜਿਹੜੀ ਪਾਲਿਸੀ ਹੈਗੀ ਉਹਨੂੰ ਇੰਪਲੀਮੈਂਟ ਨਹੀਂ ਹੀ ਕੀਤਾ ਜਾ ਸਕਦਾ। ਠੀਕ ਹੈ, ਐਂਡ ਕੀ ਆਪਾਂ ਦੁਬਾਰਾ ਤੋਂ ਸੋਚ ਸਕਦੇ ਹਾਂ ਕਿ ਅਗਰ ਪਾਰਲੀਮੈਂਟ ਵਿੱਚ ਇਹਨੂੰ ਅਪਰੂਵ ਨਹੀਂ ਕੀਤਾ ਜਾਂਦਾ ਦੈਨ ਕੀ ਉਹ ਜਿਹੜੀ ਪਾਲਿਸੀ ਸੀ ਕਿ ਉਹਨੂੰ ਕੈਬਨਿਟ ਜਿਹੜੀ ਆ ਉਹਨੂੰ ਅਪਰੂਵ ਕਰਕੇ ਉਹਨੂੰ ਇੰਪਲੀਮੈਂਟ ਕਰ ਦਿੰਦੀ, ਨਹੀਂ ਹੋ ਸਕਦਾ। ਠੀਕ ਹੈ, ਥੈਂਕ ਯੂ।